ਸੋ ਵੈਲਕਮ ਮਾਈ ਬੱਚਾ ਪਾਰਟੀ। ਤੁਹਾਡੀ ਮੋਸਟ ਡਿਮਾਂਡ 'ਤੇ ਆਪਾਂ ਜਿਹੜਾ ਹੈਗਾ ਐਨਾਲਿਸਿਸ ਵਾਲਾ ਸੈਸ਼ਨ ਲੈ ਕੇ ਆ ਚੁੱਕੇ ਹਾਂ। ਠੀਕ ਹੈ, ਬਹੁਤ ਬੱਚਿਆਂ ਦੀ ਡਿਮਾਂਡ ਸੀ ਕਿ ਮੈਮ ਤੁਸੀਂ ਇੱਕ ਵਾਰ ਸਾਨੂੰ ਇੱਦਾਂ ਦੱਸ ਦਿਓ ਕਿ ਕਿਹੜੇ ਪੋਰਸ਼ਨ ਦੇ ਵਿੱਚੋਂ ਜ਼ਿਆਦਾ ਕੁਐਸਚਨ ਆਉਂਦੇ ਨੇ ਔਰ ਕਿਹੜੇ 'ਚੋਂ ਨਹੀਂ ਆਉਂਦੇ। ਠੀਕ ਹੈ, ਸੋ ਆਪਾਂ ਨੇ ਥੋੜ੍ਹੇ ਪ੍ਰੀਵੀਅਸ ਈਅਰ ਜਿਹੜੇ ਕੁਐਸਚਨ ਪੇਪਰ ਨੇ ਉਹਨਾਂ ਨੂੰ ਐਨਾਲਾਈਜ਼ ਕਰਕੇ ਜਿਹੜਾ ਹੈਗਾ ਬਣਾਇਆ ਹੈ। ਆਈ ਹੋਪ ਤੁਹਾਨੂੰ ਇਹ ਵਿਜ਼ੀਬਲ ਹੋਏਗਾ। ਠੀਕ ਹੈ, ਆਪਾਂ ਥੋੜ੍ਹਾ ਜਿਹਾ ਰੋਟੇਟ ਕਰਦੇ ਹਾਂ। ਓਕੇ, ਸੋ ਆਪਾਂ ਮੈਰੀਟੋਰੀਅਸ ਸਕੂਲ ਦੇ ਇੰਟਰੈਂਸ ਐਗਜ਼ਾਮ ਦੀ ਗੱਲਬਾਤ ਕਰ ਰਹੇ ਹਾਂ। ਠੀਕ ਹੈ ਜੀ, ਇਹ ਸਕੂਲ ਦੇ ਵਿੱਚ ਬੇਸਿਕਲੀ ਕੀ ਹੈ ਰਾਜੇ, ਆਪਾਂ ਅੱਜ ਡੀਪ ਐਨਾਲਿਸਿਸ ਕਰਨ ਵਾਲੇ ਹਾਂ ਆਪਣੇ ਸਬਜੈਕਟ ਇੰਗਲਿਸ਼ ਦੀ। ਤੁਹਾਨੂੰ ਪਤਾ ਹੈ ਕਿ ਆਪਣੇ ਮੈਰੀਟੋਰੀਅਸ ਦੇ ਵਿੱਚ ਤਿੰਨ ਜਿਹੜੇ ਹੈਗੇ ਨੇ ਸਬਜੈਕਟ ਆਉਂਦੇ ਨੇ। ਇੱਕ ਤੁਹਾਨੂੰ ਇੰਗਲਿਸ਼ ਆਉਂਦਾ, ਇੱਕ ਮੈਥਮੈਟਿਕਸ ਆਉਂਦਾ ਔਰ ਇੱਕ ਸਾਇੰਸ ਆਉਂਦੀ ਹੈ। ਠੀਕ ਹੈ, ਜਿਹੜੀ ਇੰਗਲਿਸ਼ ਹੈ ਉਹ ਤੁਹਾਨੂੰ ਕਿੰਨੇ ਮਾਰਕਸ ਦੀ ਆਉਂਦੀ ਹੈ, 30 ਮਾਰਕਸ ਦੀ ਆਉਂਦੀ ਹੈ। ਔਰ ਅੱਜ ਆਪਾਂ 30 ਮਾਰਕਸ ਨਾਲ ਡੀਲ ਕਰਨਾ ਹੈ ਕਿ ਕਿੱਥੋਂ ਆਉਂਦੇ ਨੇ, ਕਿਸ ਤਰੀਕੇ ਨਾਲ ਆਉਂਦੇ ਨੇ। ਠੀਕ ਹੈ, ਦੇਖੋ ਕਹਿੰਦੇ ਨੇ ਨਾ ਕਿ ਅਗਰ ਤੁਸੀਂ ਕੋਈ ਜੰਗ 'ਤੇ ਜਾਣਾ ਹੋਵੇ ਤਾਂ ਪਹਿਲਾਂ ਤੁਹਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੀ ਸੈਨਾ ਆ ਰਹੀ ਹੈ, ਕਿਸ ਤਰੀਕੇ ਦਾ ਜਿਹੜਾ ਹੈਗਾ ਤਾਂ ਉਹਨਾਂ ਕੋਲ ਹਥਿਆਰ ਨੇਗੇ। ਠੀਕ ਹੈ, ਉਸ ਹਿਸਾਬ ਨਾਲ ਤਿਆਰੀ ਕਰਕੇ ਅਗਰ ਤੁਸੀਂ ਜਾਓਗੇ ਤਾਂ ਤੁਹਾਡੇ ਅੱਧੇ ਚਾਂਸ ਹੀ ਬਣ ਜਾਂਦੇ ਕਿ ਤੁਸੀਂ ਜਿੱਤ ਕੇ ਆਓਗੇ। ਸੋ ਸੇਮ ਇਸੇ ਤਰੀਕੇ ਨਾਲ ਹੈ, ਸਿਰਫ ਇਹ ਜਾਣਨਾ ਕਿ ਇੰਗਲਿਸ਼ ਆਏਗੀ ਇਜ਼ ਨਾਟ ਸਫੀਸ਼ੀਐਂਟ। ਤੁਹਾਨੂੰ ਦੇਖਣਾ ਪਏਗਾ ਕਿ ਇੰਗਲਿਸ਼ ਦੇ ਵਿੱਚੋਂ ਕਿਹੜਾ ਪੋਰਸ਼ਨ ਜ਼ਿਆਦਾ ਇੰਪੋਰਟੈਂਟ ਹੈ ਜਾਂ ਕਿਸ ਤਰੀਕੇ ਦੇ ਕੁਐਸਚਨਸ ਆਉਂਦੇ ਨੇ ਔਰ ਕਿਸ ਤਰੀਕੇ ਦੇ ਕੁਐਸਚਨਸ ਨਹੀਂ ਆਉਂਦੇ। ਸੋ ਆਪਾਂ ਸ਼ੁਰੂ ਕਰਦੇ ਹਾਂ। ਠੀਕ ਹੈ, ਇਹਦੇ 'ਚ ਮੈਂ ਮਾੜੀ ਜਿਹੀ ਤੁਹਾਨੂੰ ਇੱਕ ਡਿਟੇਲ ਦੇ ਦਾਂ ਕਿ ਇੰਗਲਿਸ਼ ਦੇ ਵਿੱਚ 30 ਮਾਰਕਸ ਦੇ ਵਿੱਚੋਂ ਤੁਹਾਨੂੰ ਉਹਦੇ ਮਿਨੀਮਮ ਕੁਆਲੀਫਿਕੇਸ਼ਨ ਲਿਖੀ ਹੋਈ ਹੈ 33%। ਦੈਟ ਮੀਨਸ ਤੁਹਾਨੂੰ ਇੰਗਲਿਸ਼ ਦੇ ਵਿੱਚੋਂ 33% ਲੈ ਕੇ ਆਉਣੇ ਹੀ ਪੈਣੇ ਨੇ। ਮੈਨੇ 30 ਦਾ 33% ਕੱਢਿਆ, ਦੈਟ ਇਜ਼ 9.9, ਯਾਨੀ ਕਿ ਅਪਰੋਕਸੀਮੇਟਲੀ 10 ਮਾਰਕਸ। ਯਾਨੀ ਮੰਨ ਲਓ ਅਗਰ ਬਾਕੀਆਂ ਦੇ ਵਿੱਚੋਂ ਤੁਹਾਡੇ ਪੂਰੇ ਬਟਾ ਪੂਰੇ ਨੰਬਰ ਆ ਜਾਂਦੇ ਆ ਲੇਕਿਨ ਇੰਗਲਿਸ਼ ਦੇ ਵਿੱਚੋਂ ਤੁਹਾਡੇ 10 ਨੰਬਰ ਵੀ ਨਹੀਂ ਆਉਂਦੇ, ਦੈਟ ਮੀਨਸ ਤੁਸੀਂ ਕੁਆਲੀਫਾਈ ਨਹੀਂ ਮੰਨੇ ਜਾਓਗੇ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਇੰਗਲਿਸ਼ ਦੇ ਵਿੱਚ ਤੁਹਾਨੂੰ ਘੱਟੋ ਘੱਟ 10 ਮਾਰਕਸ ਤਾਂ ਲੈ ਕੇ ਆਉਣੇ ਹੀ ਪੈਣਗੇ। ਓਬਵੀਅਸਲੀ ਜ਼ਰੂਰੀ ਥੋੜ੍ਹੀ ਹੁਣ ਆਪਾਂ 10 'ਤੇ ਹੀ ਰੁਕਣਾ, ਮੈਕਸੀਮਮ ਆਪਾਂ ਅੱਗੇ ਤੱਕ ਵਧਣਾ ਹੀ ਵਧਣਾ, ਲੇਕਿਨ 10 ਤੋਂ ਘੱਟ ਨੰਬਰ ਕਿਸੇ ਬੱਚੇ ਦੇ ਨਹੀਂ ਆਉਣੇ ਚਾਹੀਦੇ। ਨੈਕਸਟ ਸਿਚੁਏਸ਼ਨ 'ਤੇ ਚੱਲਦੇ ਹਾਂ। ਸਭ ਤੋਂ ਪਹਿਲਾਂ ਰਾਜੇ ਬਹੁਤ ਹੀ ਇੰਪੋਰਟੈਂਟ ਤੁਹਾਨੂੰ ਕੰਪਰੀਹੈਂਸ਼ਨ ਯਾਨੀ ਕਿ ਪੈਸੇਜ ਆਉਂਦਾ। ਕੰਪਰੀਹੈਂਸ਼ਨ ਔਰ ਪੈਸੇਜ ਕੀ ਹੁੰਦਾ, ਬੇਸਿਕਲੀ ਜਿਹੜਾ ਤੁਹਾਨੂੰ ਪੈਰਾ ਦਿੱਤਾ ਹੁੰਦਾ ਜਿਹਦੇ 'ਚੋਂ ਤੁਸੀਂ ਨੇ ਕੁਐਸਚਨ ਜਿਹੜੇ ਲੱਭ ਕੇ ਆਨਸਰ ਦੇਣੇ ਹੁੰਦੇ ਨੇ। ਸੋ ਬੇਸਿਕਲੀ ਇਹਦੇ 'ਚ ਤੁਹਾਡੇ 7 ਕੁਐਸਚਨ ਤੁਹਾਡੇ ਕੰਪਰੀਹੈਂਸ਼ਨ 'ਚੋਂ ਬਣਦੇ ਨੇ। ਸੋਚੋ ਜੇ ਤੁਹਾਡੇ 7 ਦੇ 7 ਕੰਪਰੀਹੈਂਸ਼ਨ ਦੇ ਸਹੀ ਚਲੇ ਜਾਣ ਤਾਂ ਰਿਕੁਆਇਰਮੈਂਟ ਤਾਂ ਤੁਹਾਡੀ ਉਹੀ ਪੂਰੀ ਹੋ ਜਾਣੀ ਹੈ, ਯਾਨੀ 10 ਮਾਰਕਸ ਤੁਹਾਡੇ ਆਟੋਮੈਟਿਕਲੀ ਆ ਜਾਣੇ ਨੇ। ਹੁਣ ਜਿਹੜਾ ਇਹ ਕੰਪਰੀਹੈਂਸ਼ਨ ਹੈ ਬੱਚੇ, ਇਹਦੇ 'ਚ ਤੁਹਾਨੂੰ ਕਿੰਨੇ ਕੁਐਸਚਨ ਆਉਂਦੇ ਨੇ, 7 ਕੁਐਸਚਨ ਆਉਂਦੇ ਨੇ। 7 ਦੇ ਵਿੱਚੋਂ ਵੀ ਮੈਂ ਇਹਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ, 6 ਐਂਡ 1 ਦੇ ਵਿੱਚ। 6 ਤਾਂ ਤੁਹਾਡੇ ਨਾਰਮਲ ਕੁਐਸਚਨਸ ਆਉਂਦੇ ਨੇ, ਦੈਟ ਮੀਨਸ ਡਾਇਰੈਕਟ ਜਿਹੜੇ ਆਨਸਰ ਨੇ ਉਹ ਉਸ ਪੈਰੇ ਦੇ ਵਿੱਚ ਪਏ ਹੁੰਦੇ ਆ, ਤੁਸੀਂ ਫਟਾਫਟ ਪੜ੍ਹ ਕੇ ਆਨਸਰ ਕਰਨਾ ਹੋਏਗਾ। ਔਰ ਜਿਹੜਾ ਇੱਕ ਕੁਐਸਚਨ ਹੈ ਉਹ ਕਿਹੜਾ ਹੋਏਗਾ, ਗ੍ਰਾਮਰ ਬੇਸਡ ਹੋਏਗਾ। ਠੀਕ ਹੈ, ਮੋਸਟਲੀ ਇਹ ਤੁਹਾਨੂੰ ਕਿਸੇ ਵਰਡ ਦਾ ਮੀਨਿੰਗ ਵੀ ਪੁੱਛ ਸਕਦੇ ਨੇ, ਅੰਟੋਨੀਅਮ ਵੀ ਪੁੱਛ ਸਕਦੇ ਆ, ਸਿਨੋਨੀਅਮ ਵੀ ਪੁੱਛ ਸਕਦੇ ਨੇ, ਜਾਂ ਫਿਰ ਉਹ ਈਡੀਅਮ ਵਗੈਰਾ ਵੀ ਇਹ ਚੀਜ਼ 'ਚ ਪੁੱਛ ਸਕਦੇ ਨੇ। ਸੋ ਦੈਟ ਮੀਨ 6 ਦਾ ਪੱਕਾ ਹੈ ਕਿ ਜਿਹੜੇ ਹੈਗੇ ਨੇ ਉਹ ਸਾਡੇ ਪੈਰੇ ਦੇ ਵਿੱਚੋਂ ਹੀ ਅਸੀਂ ਆਨਸਰ ਕਰਨੇ ਨੇ, ਔਰ ਇੱਕ ਕੁਐਸਚਨ ਜਿਹੜਾ ਹੈਗਾ ਉਹ ਗ੍ਰਾਮਰ ਬੇਸਡ ਆਏਗਾ। 7 ਕੁਐਸਚਨ ਦਾ ਪਤਾ ਲੱਗ ਗਿਆ ਕਿੱਥੋਂ ਆਉਣਗੇ, ਵੈਰੀ ਗੁੱਡ। ਨੈਕਸਟ ਦੇਖੋ, ਥੋੜ੍ਹਾ ਜਿਹਾ ਲੁਕ ਗਿਆ ਉੱਪਰ, 1 ਮਿੰਟ ਆਪਾਂ ਨੂੰ ਸੈੱਟ ਕਰਨਾ ਪਏਗਾ ਇਹ। ਓਕੇ, ਮੈਨੂੰ 1 ਮਿੰਟ ਦਿਓ, 1 ਮਿੰਟ ਦਿਓ, ਬਿਕੋਜ਼ ਮੈਂ ਨਹੀਂ ਚਾਹੁੰਦੀ ਕਿ ਆਪਣੀ ਜਿਹੜੀ ਵੀਡੀਓ ਪੂਰੀ ਦੀ ਪੂਰੀ ਰੁਕੇ। ਸੋ ਜਸਟ ਗਿਵ ਮੀ 1 ਸੈਕਿੰਡ। ਥੋੜ੍ਹਾ ਜਿਹਾ ਆਪਾਂ ਇਹਨੂੰ ਨੀਚੇ ਲੈ ਆਉਂਦੇ ਹਾਂ, ਵੈਰੀ ਗੁੱਡ। ਓਕੇ, ਆਈ ਥਿੰਕ ਦਿਸ ਇਜ਼ ਸਫੀਸ਼ੀਐਂਟ। ਹੁਣ ਸਲਾਈਡ ਸ਼ੋ 'ਤੇ ਚੱਲਦੇ ਹਾਂ। ਆਪਾਂ ਸਲਾਈਡ 'ਤੇ ਸੀਗੇ, ਇਹ ਵਾਲੀ 'ਤੇ, ਵੈਰੀ ਗੁੱਡ। ਓਕੇ, ਫਿਰ ਵੀ ਥੋੜ੍ਹਾ ਜਿਹਾ ਲੁਕ ਗਿਆ, ਚਲੋ ਹੁਣ ਐਡਜਸਟ ਕਰ ਲਿਓ। ਤੁਹਾਨੂੰ ਪਤਾ ਆਪਣੀ ਇੰਗਲਿਸ਼ ਲਿਟਰੇਚਰ ਜਿਹੜੀ ਹੈਗੀ ਹੈ, ਜਿਹਦੇ ਵਿੱਚ ਆਪਾਂ ਸਪਲੀਮੈਂਟਰੀ ਰੀਡਰ ਜਿਹੜੀ ਬੁੱਕ ਹੈ ਨਾ, ਉਹਦੇ ਵਿੱਚ ਬੇਸਿਕਲੀ ਆਹ ਵਾਲੇ ਸਾਰੇ ਜਿਹੜੇ ਚੈਪਟਰਸ ਨੇ, ਬੈਡ ਨੰਬਰ 29, ਹਾਫ ਅ ਰੁਪੀ ਵਰਥ $1000, ਦ ਡਾਇੰਗ ਡਿਟੈਕਟਿਵ, ਹਾਊ ਮਚ ਲੈਂਡ ਡਜ਼ ਅ ਮੈਨ ਨੀਡ ਐਂਡ ਰਿਟਰਨ ਟੂ ਏਅਰ। ਠੀਕ ਹੈ, ਇਹ ਜਿਹੜੇ ਹੈਗੇ ਨੇ ਇਹ ਵਾਲੇ ਪੋਰਸ਼ਨ ਦੇ ਵਿੱਚੋਂ ਤੁਹਾਨੂੰ 4 to 5 ਕੁਐਸਚਨਸ ਆਉਂਦੇ ਹੀ ਆਉਂਦੇ ਨੇ। ਮੈਕਸੀਮਮ 5 ਕੁਐਸਚਨਸ, ਮਿਨੀਮਮ 4 ਕੁਐਸਚਨ ਡਾਇਰੈਕਟਲੀ ਇਹ ਵਾਲੇ ਚੈਪਟਰਸ ਦੇ ਵਿੱਚੋਂ ਤੁਹਾਨੂੰ ਪੁੱਛੇ ਗਏ ਨੇ। ਇਹਨਾਂ ਦੇ ਜਿਹੜੇ ਹੈਗੇ ਆਥਰਸ ਨੇਮ ਵੀ ਪੁੱਛੇ ਗਏ ਨੇ ਔਰ ਇਹਨਾਂ 'ਚੋਂ ਡਾਇਰੈਕਟ ਕੁਐਸਚਨਸ ਵੀ ਪੁੱਛੇ ਗਏ ਨੇ। ਹਾਲਾਂਕਿ ਰਿਟਰਨ ਟੂ ਏਅਰ ਦੇ ਵਿੱਚੋਂ ਕੋਈ ਕੁਐਸਚਨ ਨਹੀਂ ਆਇਆ, ਹੋ ਸਕਦਾ ਇਸ ਵਾਰ ਇਹਦੇ 'ਚੋਂ ਕੁਐਸਚਨ ਆ ਜਾਏ। ਸੋ ਆਹ ਵਾਲੇ ਸਾਰੇ ਚੈਪਟਰ ਤੁਹਾਡੇ ਰਟੇ ਹੋਣੇ ਚਾਹੀਦੇ ਨੇ ਕਿ ਬੈਡ ਨੰਬਰ 29 ਦੇ ਵਿੱਚ ਕੀ ਗੱਲਬਾਤ ਹੈ, ਕੀ ਨਹੀਂ ਹੈ, ਜਾਂ ਜਿਹੜੇ ਵੀ ਤੁਹਾਡੇ ਕੁਐਸਚਨ ਬਣ ਰਹੇ ਨੇ ਉਹ ਤੁਹਾਡੇ ਇਹਦੇ ਵਿੱਚੋਂ ਆਉਣੇ ਚਾਹੀਦੇ ਨੇ। ਠੀਕ ਹੈ, 4 to 5 ਕੁਐਸਚਨ ਤੁਹਾਡੇ ਸਪਲੀਮੈਂਟਰੀ ਰੀਡਰ ਦੇ ਵਿੱਚੋਂ ਆਉਣਗੇ। ਕਲੀਅਰ ਹੈ ਜੀ। ਨੈਕਸਟ ਦੇਖੋ, ਹੁਣ ਜਿਹੜੀ ਆਪਣੀ ਇੰਗਲਿਸ਼ ਮੇਨ ਕੋਰਸ ਦੀ ਗੱਲ ਕਰੀਏ, ਇਹਦੇ 'ਚੋਂ ਵੀ ਤੁਹਾਡੇ 6 ਕੁਐਸਚਨ ਮੈਕਸੀਮਮ ਜਾ ਰਹੇ ਨੇ, 5 to 6 ਕੁਐਸਚਨ। ਤੁਹਾਡੀ ਇੰਗਲਿਸ਼ ਦੀ ਮੇਨ ਕੋਰਸ ਦੀ ਬੁੱਕ ਦੇ ਵਿੱਚ ਇੱਕ ਲੈਸਨ ਵਾਲਾ ਪੋਰਸ਼ਨ ਹੈ ਅਤੇ ਇੱਕ ਪੋਇਟਰੀ ਵਾਲਾ ਪੋਰਸ਼ਨ ਹੈ, ਰਾਈਟ। ਤੁਹਾਨੂੰ 8 ਚੈਪਟਰ ਨੇ ਔਰ ਜਿਹੜੀਆਂ ਹੈਗੀਆਂ 5 ਤੁਹਾਨੂੰ ਪੋਇਮਸ ਨੇ। ਜਿਹੜਾ ਇੱਕ ਕਿਸੇ ਵੀ ਪੋਇਮ ਦਾ ਜਿਹੜਾ ਪੋਇਟਰ ਹੈ ਉਹ ਤੁਹਾਨੂੰ ਪੁੱਛਿਆ ਹੀ ਪੁੱਛਿਆ ਜਾਏਗਾ। ਠੀਕ ਹੈ, ਪਿਛਲੀ ਵਾਰ ਮਤਲਬ ਇੱਕ ਵਾਰੀ ਤਾਂ ਡੈਥ ਦ ਲੈਵਲਰ ਦਾ ਆਇਆ ਸੀ, ਰਜ਼ੀਆ ਦਾ ਟਾਈਗਰਸ। ਇਹ ਵਾਲੀ ਸਾਰੀ ਜਿਹੜੀ ਮੈਂ ਲਿਸਟ ਤਿਆਰ ਕੀਤੀ ਹੈ, ਇਹਦੇ 'ਚ ਜਿਹੜੇ ਮੈਂ ਰੈੱਡ ਨਾਲ ਸ਼ੋ ਕੀਤੇ ਹੋਏ ਨੇ ਇਹਨਾਂ ਦੇ ਆਥਰਸ ਨੇਮ ਆਏ ਹੋਏ ਨੇ। ਠੀਕ ਹੈ, ਸੋ ਦੈਟ ਮੀਨਸ ਤੁਹਾਨੂੰ ਇੱਧਰੋਂ ਵੀ ਇੱਕ ਆਥਰ ਨੇਮ ਆਏਗਾ ਔਰ ਇੱਕ ਇੱਧਰੋਂ ਵੀ ਆਥਰ ਨੇਮ ਆਏਗਾ। ਠੀਕ ਹੈ, ਸੋ ਦੈਟ ਮੀਨਸ 2 ਨੇਮ ਤਾਂ ਤੁਹਾਨੂੰ ਆਉਣਗੇ ਜਿਨ੍ਹਾਂ ਦੀਆਂ ਮੈਨੇ ਟ੍ਰਿਕਸ ਕਰਵਾਈਆਂ ਹੋਈਆਂ ਨੇ, ਜਿਹਦੇ ਨਾਲ ਤੁਹਾਨੂੰ ਬਹੁਤ ਈਜ਼ੀਲੀ ਯਾਦ ਹੋ ਜਾਣਗੇ।
ਜਿਹੜੇ ਬੱਚਿਆਂ ਨੇ ਉਹ ਨਹੀਂ ਦੇਖੀਆਂ, ਮੈਂ ਉਹਦੇ ਜਿਹੜੇ ਲਿੰਕ ਨੇ ਡਿਸਕ੍ਰਿਪਸ਼ਨ ਦੇ ਵਿੱਚ ਦਊਂਗੀ, ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ। ਆਈ ਗਾਰੰਟੀ ਕਿ ਤੁਸੀਂ ਦੁਬਾਰਾ ਨਹੀਂ ਭੁੱਲੋਗੇ, ਠੀਕ ਹੈ। ਉਸ ਤੋਂ ਬਾਅਦ ਦੇਖੋ ਬਾਕੀ ਜਿਹੜੇ ਆ ਮੈंने ਥੋੜ੍ਹੇ ਜਿਹੇ ਹੋਰ ਕਲਰ ਨਾਲ ਕੀਤੇ ਹੋਏ ਨੇ, ਥੋੜ੍ਹੇ ਜਿਹੇ ਬੈਂਗਨੀ ਟਾਈਪ ਕਲਰ, ਵਾਇਲਟ ਜਿਹਾ ਰੰਗ ਹੈ, ਤਾਂ ਇਹਦੇ 'ਚ ਬੇਸਿਕਲੀ ਇਹ 'ਚੋਂ ਕੁਐਸਚਨ ਪੁੱਛੇ ਗਏ ਨੇ। ਸੋ ਦੈਟ ਮੀਨਸ ਮੈਕਸਿਮਮ 5 ਤੋਂ 6 ਕੁਐਸਚਨ ਜਿਹੜੇ ਹੈਗੇ ਆ ਤੁਹਾਡੇ ਇੰਗਲਿਸ਼ ਦੇ ਮੇਨ ਕੋਰਸ 'ਚੋਂ ਬਣਦੇ ਨੇ। ਹੁਣ ਤੱਕ ਦੇਖ ਲਓ ਆਪਾਂ ਕੀ ਕੀਤਾ ਹੈ। ਕੰਪਰੀਹੈਂਸ਼ਨ ਤੋਂ ਤੁਹਾਡੇ 7 ਕੁਐਸਚਨ ਬਣਨਗੇ, ਇਹ ਤਾਂ 101% ਗਰੰਟੀ ਹੈ ਕਿ 7 ਕੁਐਸਚਨ ਇਹਦੇ 'ਚੋਂ ਆਉਣਗੇ ਹੀ ਆਉਣਗੇ, ਠੀਕ ਹੈ। ਜਿਹੜੀ ਲਿਟਰੇਚਰ ਵਾਲੀ ਬੁੱਕ ਹੈ ਉਹਦੇ 'ਚ 4 to 5 ਕੁਐਸਚਨ ਜਾਣਗੇ, ਔਰ ਜਿਹੜਾ ਤੁਹਾਡਾ ਇੰਗਲਿਸ਼ ਮੇਨ ਕੋਰਸ ਹੈ ਉਹਦੇ 'ਚ ਵੀ ਤੁਹਾਡੇ 5 to 6 ਕੁਐਸਚਨ ਜਾਣਗੇ। ਨੈਕਸਟ ਚਲੋ ਗ੍ਰਾਮਰ। ਦਿਸ ਇਜ਼ ਲਾਈਕ ਗ੍ਰਾਮਰ ਨੂੰ ਅਗਰ ਆਪਾਂ ਇੰਡੀਵਿਜੂਅਲੀ ਦੇਖੀਏ ਤਾਂ ਟੌਪਿਕ ਵਾਈਜ਼ ਤਾਂ ਇੱਕ ਕੁਐਸਚਨ ਆ ਰਹੇ ਨੇ, ਲੇਕਿਨ ਓਵਰਆਲ ਗ੍ਰਾਮਰ ਦੀ ਵੇਟੇਜ ਕਿੰਨੀ ਹੈ? 12 ਤੋਂ 13 ਕੁਐਸਚਨ ਸਿਰਫ ਤੁਹਾਨੂੰ ਗ੍ਰਾਮਰ ਵਾਲੇ ਪੋਰਸ਼ਨ 'ਚੋਂ ਦੇਖਣ ਨੂੰ ਮਿਲਣਗੇ, ਠੀਕ ਹੈ। ਹੁਣ ਦੇਖੋ ਇਹਦਾ ਕੀ ਹੈ, ਇਹ 'ਚੋਂ ਤੁਹਾਡੇ ਜਿਹੜੇ ਡਿਟਰਮੀਨਰਸ ਨੇ ਉਹ ਇੱਕ ਪੇਪਰ ਦੇ ਵਿੱਚ 2 ਕੁਐਸਚਨ ਤੁਹਾਡੇ ਡਿਟਰਮੀਨਰਸ ਦੇ ਵਿੱਚੋਂ ਆਏ ਹੋਏ ਨੇ, ਠੀਕ ਹੈ। ਉਸ ਤੋਂ ਬਾਅਦ ਅਗਰ ਗੱਲ ਕਰੀਏ ਪ੍ਰੈਪੋਜੀਸ਼ਨ 'ਚੋਂ ਵੀ ਤੁਹਾਡੇ 2 ਕੁਐਸਚਨ ਪੁੱਛੇ ਗਏ ਨੇ, ਮੋਡਲਸ ਦੇ ਵਿੱਚੋਂ ਵੀ 2 ਕੁਐਸਚਨਸ ਨੇ, ਠੀਕ ਹੈ। ਕੰਜੰਕਸ਼ਨ ਦੇ ਵਿੱਚੋਂ 1 ਕੁਐਸਚਨ ਆਉਂਦਾ ਹੈ, ਨॉन ਫਾਈਨਾਈਟ ਦੇ ਵਿੱਚੋਂ 1 ਕੁਐਸਚਨ ਆਉਂਦਾ ਹੈ, ਜਿਹੜੇ ਆਪਣੇ ਸਿੰਪਲ, ਕੰਪਲੈਕਸ ਐਂਡ ਕੰਪਾਊਂਡ ਸੈਂਟੈਂਸਸ ਹੁੰਦੇ ਨੇ ਉਹਦੇ ਵਿੱਚੋਂ ਵੀ 1 ਕੁਐਸਚਨ ਆਉਂਦਾ ਹੈ, ਵੌਇਸ ਦੇ ਵਿੱਚੋਂ ਤੁਹਾਨੂੰ 1 ਕੁਐਸਚਨ ਆਉਂਦਾ ਹੈ, ਟੈਂਸ ਦੇ ਵਿੱਚੋਂ 2 ਕੁਐਸਚਨ ਆਉਂਦੇ ਨੇ, ਔਰ ਪੰਕਚੁਏਸ਼ਨਸ ਦੇ ਵਿੱਚੋਂ ਤੁਹਾਨੂੰ 1 ਕੁਐਸਚਨ ਆਉਂਦਾ ਹੈ, ਠੀਕ ਹੈ ਜੀ। ਸੋ ਬੇਸਿਕਲੀ ਇਹ ਸਾਰੇ ਅਗਰ ਆਪਾਂ ਗੱਲ ਕਰੀਏ ਤਾਂ ਇਹ ਜਿਹੜੇ ਅਗਰ ਇੰਡੀਵਿਜੂਅਲੀ ਗੱਲ ਕਰੀਏ ਤਾਂ ਇਹਦੀ ਵੇਟੇਜ ਕਾਫੀ ਘੱਟ ਹੈ, ਲੇਕਿਨ ਅਗਰ ਓਵਰਆਲ ਆਪਾਂ ਗ੍ਰਾਮਰ ਦੀ ਗੱਲ ਕਰੀਏ ਤਾਂ ਤੁਹਾਡੇ ਗ੍ਰਾਮਰ ਦੇ ਵਿੱਚ ਕਿੰਨੇ ਕੁਐਸਚਨ ਬਣ ਰਹੇ ਨੇ? 12 ਤੋਂ 13 ਕੁਐਸਚਨ ਬਣ ਰਹੇ ਨੇ। ਹੁਣ ਦੇਖੋ ਤੁਸੀਂ ਕਹੋਗੇ ਮੈਮ ਸਾਨੂੰ ਕੀ ਫਾਇਦਾ ਇਹ ਵੀਡੀਓ ਦੇਖਣ ਦਾ, ਜਦ ਤੁਹਾਨੂੰ ਪਤਾ ਹੈ ਕਿ ਡਿਟਰਮੀਨਰ 'ਚੋਂ 2 ਕੁਐਸਚਨ ਆ ਰਹੇ ਨੇ ਤਾਂ ਪਹਿਲਾਂ ਡਿਟਰਮੀਨਰ ਪੱਕੇ ਕਰੋ ਨਾ ਬਈ ਆਪਣੇ। ਤੁਹਾਨੂੰ ਪਤਾ ਪ੍ਰੈਪੋਜੀਸ਼ਨ 'ਚੋਂ 2 ਕੁਐਸਚਨ ਆ ਰਹੇ ਤਾਂ ਪਹਿਲਾਂ ਪ੍ਰੈਪੋਜੀਸ਼ਨ ਚੱਕੋ। ਜਿਹੜੇ 'ਚੋਂ ਜ਼ਿਆਦਾ ਕੁਐਸਚਨ ਬਣ ਰਹੇ ਨੇ ਪਹਿਲਾਂ ਤੁਸੀਂ ਆਪਣੇ ਉਹ ਵਾਲੇ ਟੌਪਿਕਸ ਕਵਰ ਕਰੋ। ਇਹ ਸਾਰੇ ਜਿਹੜੇ ਟੌਪਿਕਸ ਨੇ ਇਹਦੇ 'ਚੋਂ ਜਿਹੜੇ ਵੀ ਬੱਚੇ ਨੂੰ ਜਿਹ 'ਚ ਜ਼ਿਆਦਾ ਪ੍ਰੋਬਲਮ ਫੇਸ ਹੋ ਰਹੀ ਹੈ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਦਿਓ, ਮੈਂ ਤੁਹਾਨੂੰ ਉਹਦੀਆਂ ਵੀਡੀਓਜ਼ ਵਿਦ ਸ਼ਾਰਟ ਟ੍ਰਿਕ, ਹੈ ਨਾ, ਆਪਾਂ ਡੀਪ ਨਹੀਂ ਜਾਂਦੇ ਕਿਉਂਕਿ ਹੁਣ ਕਿਹੜਾ ਤੁਸੀਂ ਸੋਲਵ ਕਰਕੇ ਦਿਖਾਉਣੀ ਹੈ ਹਰੇਕ ਚੀਜ਼, ਸਿਰਫ ਤੁਸੀਂ ਉੱਥੇ ਟਿਕ ਕਰਨਾ ਹੈ ਨਾ, ਆਬਜੈਕਟਿਵ ਟਾਈਪ ਆਪਣਾ ਪੇਪਰ ਹੋਏਗਾ। ਸੋ ਮੈਂ ਉਸ ਰਿਗਾਰਡਿੰਗ ਤੁਹਾਨੂੰ ਵੀਡੀਓ ਬਣਾ ਕੇ ਡੈਫੀਨੇਟਲੀ ਪ੍ਰੋਵਾਈਡ ਕਰ ਦੂੰਗੀ। ਉਸ ਤੋਂ ਬਾਅਦ ਅਗਰ ਅਜੇ ਆਪਾਂ ਗੱਲ ਕਰੀਏ ਤਾਂ ਵੋਕੈਬਲਰੀ ਵਾਲਾ ਜਿਹੜਾ ਆਪਣਾ ਪੋਰਸ਼ਨ ਹੈ ਉਹਦੇ 'ਚੋਂ ਤੁਹਾਨੂੰ 2 ਪੋਰਸ਼ਨ ਦੇਖਣ ਨੂੰ ਮਿਲਦੇ ਨੇ। 1 is to idioms ਔਰ ਦੂਸਰੇ ਹੈਗੇ ਨੇ ਤੁਹਾਡੇ 1 word substitution। ਵੋਕੈਬਲਰੀ ਦਾ ਵੀ 1 ਕੁਐਸਚਨ ਆਉਂਦਾ ਹੀ ਆਉਂਦਾ ਹੈ, ਠੀਕ ਹੈ। ਮਤਲਬ ਵੋਕੈਬਲਰੀ 'ਚ ਓਵਰਆਲ 2 ਕੁਐਸਚਨ ਆਉਂਦੇ ਨੇ, ਇੱਕ ਤੁਹਾਡੇ ਈਡੀਅਮ ਦੇ ਵਿੱਚੋਂ ਆਉਂਦਾ, ਇੱਕ 1 word substitution 'ਚੋਂ ਆਉਂਦਾ ਹੈ। ਅਗਰ ਤੁਸੀਂ ਕਹੋਗੇ ਤਾਂ ਮੈਂ ਤੁਹਾਡੀ ਜਿਹੜੀ 10th ਦੇ ਵਿੱਚ ਪੂਰੇ ਦੇ ਪੂਰੇ ਈਡੀਅਮਸ ਨੇ ਮੈਂ ਤੁਹਾਡੀ ਉਹਦੀ ਵੀ ਕਲਾਸ ਲੈ ਸਕਦੀ ਹਾਂ ਅਗਰ ਤੁਸੀਂ ਚਾਹੋਗੇ ਤਾਂ, ਕਿਉਂਕਿ ਇਸ ਵਾਰ ਮੈਂ ਮੋਸਟ ਡਿਮਾਂਡੇਬਲ ਟੌਪਿਕਸ ਦੇ ਉੱਪਰ ਹੀ ਵੀਡੀਓ ਤਿਆਰ ਕਰ ਰਹੀ ਹਾਂ ਬਿਕੋਜ਼ ਆਈ ਹੈਵ ਅ ਸ਼ਾਰਟੇਜ ਆਫ ਟਾਈਮ। ਸੋ ਦੈਟਸ ਵਾਈ ਜਿਹੜੀ ਮੈਨੂੰ ਮਿਲ ਪਾ ਰਹੀ ਹੈ ਮੈਂ ਉਸ 'ਤੇ, ਜਿਸ ਦੀ ਡਿਮਾਂਡ ਆ ਰਹੀ ਹੈ ਮੈਂ ਉਸ 'ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਉਸ ਤੋਂ ਬਾਅਦ ਠੀਕ ਹੈ ਅਗਰ ਗੱਲ ਕਰੀਏ ਹੁਣ ਮੈਂ ਤੁਹਾਨੂੰ ਓਵਰਆਲ ਸਾਰਾ ਨਿਚੋੜ ਕੱਢ ਕੇ ਦੇਤਾ ਕਿ ਭਾਈ ਕੰਪਰੀਹੈਂਸ਼ਨ 'ਚੋਂ 7 ਕੁਐਸਚਨ ਬਣ ਰਹੇ ਨੇ, ਤੁਹਾਡੀ ਇੰਗਲਿਸ਼ ਲਿਟਰੇਚਰ 'ਚੋਂ 5 ਕੁਐਸਚਨ ਬਣ ਰਹੇ ਨੇ, ਇੰਗਲਿਸ਼ ਮੇਨ ਕੋਰਸ ਦੇ ਵਿੱਚੋਂ 6 ਕੁਐਸਚਨ ਬਣ ਰਹੇ ਨੇ, ਅਤੇ ਗ੍ਰਾਮਰ ਦੇ ਵਿੱਚੋਂ ਤੁਹਾਡੇ 12 ਕੁਐਸਚਨ ਬਣ ਰਹੇ ਨੇ। ਇਹਨੂੰ ਥੋੜ੍ਹਾ ਜਿਹਾ ਗ੍ਰਾਫ ਦੇ ਵੇ ਨਾਲ ਸਮਝਦੇ ਹਾਂ। ਤੁਸੀਂ ਗ੍ਰਾਫ ਦੇਖ ਪਾ ਰਹੇ ਹੋ, ਇੱਥੇ ਸਬਜੈਕਟ ਨਹੀਂ ਇੱਥੇ ਟੌਪਿਕਸ ਆਏਗਾ, ਇੱਥੇ ਗਲਤੀ ਨਾਲ ਸਬਜੈਕਟ ਲਿਖਿਆ ਹੋਇਆ, ਠੀਕ ਹੈ। ਸੋ ਇਹ ਪੂਰੇ ਦਾ ਪੂਰਾ ਗ੍ਰਾਫ ਹੈ, ਤੁਸੀਂ ਦੇਖ ਸਕਦੇ ਹੋ। ਸਭ ਤੋਂ ਜ਼ਿਆਦਾ ਉੱਪਰ ਗ੍ਰਾਫ ਗ੍ਰਾਮਰ ਦਾ ਜਾ ਰਿਹਾ ਹੈ, ਠੀਕ ਹੈ। ਦੂਸਰੇ ਨੰਬਰ 'ਤੇ ਆਪਾਂ ਗੱਲ ਕਰੀਏ ਤਾਂ ਕੰਪਰੀਹੈਂਸ਼ਨ ਦਾ ਜਾ ਰਿਹਾ ਹੈ, ਫਿਰ ਇੰਗਲਿਸ਼ ਮੇਨ ਕੋਰਸ ਦਾ ਜਾ ਰਿਹਾ, ਅਤੇ ਉਸ ਤੋਂ ਬਾਅਦ ਤੁਹਾਡੀ ਇੰਗਲਿਸ਼ ਲਿਟਰੇਚਰ ਦਾ ਜਾ ਰਿਹਾ। ਸੋ ਇਹਦਾ ਮਤਲਬ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚਿਆਂ ਦੀ ਤਿਆਰੀ ਹੋ ਚੁੱਕੀ ਹੈ ਕੰਪਰੀਹੈਂਸ਼ਨ ਨੂੰ ਆਪਣਾ ਬਹੁਤ ਵਧੀਆ ਰੱਖੋ, ਪਹਿਰੇ ਪੜ੍ਹ ਕੇ ਦੇਖੋ ਕਿਉਂਕਿ ਉੱਥੇ ਟਾਈਮ ਵੀ ਮੈਨੇਜ ਕਰਨੇ ਹੈ ਨਾ। ਇਹ ਨਹੀਂ ਹੈ ਕਿ ਤੁਸੀਂ ਮਤਲਬ ਮਰਜ਼ੀ ਦਾ ਪੇਪਰ ਹੈ ਜਿੰਨਾ ਚਿਰ ਮਰਜ਼ੀ ਦੇ ਦਿਓ, ਠੀਕ ਹੈ। ਟਾਈਮ ਵੀ ਲਿਮਿਟਡ ਹੋਏਗਾ। ਮੈਥ ਦੇ ਤੁਸੀਂ ਸੋਲਵ ਕਰਨੇ ਨੇ ਤਾਂ ਸਭ ਤੋਂ ਜ਼ਿਆਦਾ ਟਾਈਮ ਮੈਥਮੈਟਿਕਸ ਲੈ ਕੇ ਜਾਂਦਾ ਹੈ, ਤਾਂ ਜ਼ਰੂਰੀ ਹੋ ਜਾਂਦਾ ਕਿ ਆਪਾਂ ਬਾਕੀ ਚੀਜ਼ਾਂ ਦੇ ਵਿੱਚੋਂ ਟਾਈਮ ਬਚਾ ਕੇ ਉਹ ਮੈਥਮੈਟਿਕਸ ਨੂੰ ਟਾਈਮ ਦਈਏ ਜ਼ਿਆਦਾ, ਠੀਕ ਹੈ। ਸੋ ਇੰਗਲਿਸ਼ ਹੈ ਜਿਹੜੀ ਤੁਹਾਡਾ ਟਾਈਮ ਬਚਾ ਸਕਦੀ ਹੈ ਬਿਕੋਜ਼ ਇਫ ਯੂ ਨੋ ਦਾ ਆਂਸਰ ਦੈਨ ਯੂ ਨੋ ਦਾ ਆਂਸਰ, ਇਫ ਯੂ ਡੋਂਟ ਨੋ ਦਾ ਆਂਸਰ ਦੈਨ ਯੂ ਡੋਂਟ ਨੋ ਦਾ ਆਂਸਰ। ਦੈਟ ਮੀਨਸ ਅਗਰ ਤੁਹਾਨੂੰ ਆਂਸਰ ਆਉਂਦਾ ਹੈ ਤਾਂ ਆਉਂਦਾ, ਨਹੀਂ ਆਉਂਦਾ ਤਾਂ ਨਹੀਂ ਆਉਂਦਾ, ਸਿਰਫ ਤੁੱਕੇ ਲਾਓਗੇ ਫਿਰ ਤੁਸੀਂ, ਠੀਕ ਹੈ। ਸੋ ਇਹ ਚੀਜ਼ ਹੈ ਕਿ ਪਹਿਲਾਂ ਆਪਣਾ ਗ੍ਰਾਮਰ ਵਾਲਾ ਪੋਰਸ਼ਨ ਦੇਖੋ, ਕੰਪਰੀਹੈਂਸ਼ਨ ਵਾਲਾ ਪੋਰਸ਼ਨ ਦੇਖੋ, ਅਤੇ ਜਿਹੜੇ ਆਥਰਸ ਐਂਡ ਪੋਇਟਰਸ ਦੇ ਨੇਮ ਨੇ ਉਹ ਤਾਂ ਪੱਕਾ ਕਰਕੇ ਜਾਓ। ਮੈਂ ਕਹਿੰਦੀ ਹਾਂ ਤਿੰਨ ਜਿਹੜੇ ਹੈਗੇ ਨੇ ਆਂਸਰ ਤੁਹਾਡੇ ਕਿਧਰੇ ਨਹੀਂ ਗਏ, 10 ਤਾਂ ਤੁਹਾਡੇ ਐਂ ਆ ਜਾਣੇ। ਦੇਖੋ ਕੰਪਰੀਹੈਂਸ਼ਨ 'ਚੋਂ 3 ਆਥਰਾਂ ਵਗੈਰਾ 'ਚੋਂ 10 ਨੰਬਰ ਤਾਂ ਤੁਹਾਡੇ ਐਂ ਬਣ ਜਾਣੇ ਨੇ, ਉਦੋਂ ਉੱਪਰ ਨੰਬਰ ਲੈਣੇ ਨੇ ਕਿਉਂਕਿ ਓਵਰਆਲ 50 ਤੋਂ ਉੱਪਰ ਨੰਬਰ ਚਾਹੀਦੇ ਨੇ ਤੁਹਾਨੂੰ ਕੁਆਲੀਫਾਈ ਕਰਨ ਦੇ ਲਈ। ਔਰ ਅਗਰ 50 ਮਾਰਕਸ ਚਾਹੀਦੇ ਨੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ 50 'ਤੇ ਹੀ ਬੈਠੇ ਰਹੋ, ਕਿਉਂਕਿ ਅੱਗੇ ਜਾ ਕੇ ਪਤਾ ਕੀ ਹੁੰਦਾ ਜਦੋਂ ਤੁਸੀਂ ਚਲੇ ਜਾਓਗੇ ਤਾਂ ਉੱਥੇ ਫਿਰ ਬੱਚੇ ਇੱਕ ਦੂਸਰੇ ਦਾ ਰੈਂਕ ਪੁੱਛਦੇ ਨੇ। ਹੁਣ ਸੋਚੋ ਤੁਹਾਡਾ ਰੈਂਕ ਹੀ 4-5 ਵਰਡਾਂ ਦਾ ਹੋਵੇ, ਤੁਹਾਨੂੰ ਮਤਲਬ ਕਿੰਨਾ ਅਜੀਬ ਜਿਹਾ ਲੱਗੂਗਾ ਕਿ ਯਾਰ ਇੰਨਾ ਪਿੱਛੇ ਜਿਹੇ ਰੈਂਕ ਆ। ਸੋ ਜ਼ਰੂਰੀ ਨਹੀਂ, ਮੈਂ ਇੱਦਾਂ ਨਹੀਂ ਕਹਿ ਰਹੀ ਕਿ ਰੈਂਕ ਦੇ ਪਿੱਛੇ ਭੱਜੋ, ਬਟ ਆਈ ਐਮ ਜਸਟ ਸੇਇੰਗ ਕਿ ਆਪਣੀ ਅੱਛੀ ਪਰਫੋਰਮੈਂਸ ਦਿਓ, ਠੀਕ ਹੈ। ਔਰ ਨਾਲ ਜੋ ਵੀ ਤੁਹਾਡਾ +1 ਦਾ ਚੱਲ ਰਿਹਾ ਉਹਨੂੰ ਨਾਲ ਕੰਟੀਨਿਊ ਰੱਖੋ, ਇਹਦੀ ਟੈਨਸ਼ਨ ਨਹੀਂ ਲੈਣੀ। ਐਗਜ਼ਾਮ ਜਦੋਂ ਹੋਏਗਾ ਉਦੋਂ ਦੇ ਦਾਂਗੇ, ਠੀਕ ਹੈ। ਐਡੀ ਮਤਲਬ ਹਊਆ ਨਹੀਂ ਬਣਾਈਦਾ ਹੁੰਦਾ ਕਿਸੇ ਚੀਜ਼ ਦਾ। ਸੋ ਦਿਸ ਇਜ਼ ਆਲ। ਅਗਰ ਤੁਹਾਨੂੰ ਇਹ ਵਾਲੀ
ਚੀਜ਼ ਸਹੀ ਲੱਗੀ ਹੈ ਤਾਂ ਮੈਨੂੰ ਦੱਸ ਦਿਓ, ਫਿਰ ਮੈਂ ਮੈਥਮੈਟਿਕਸ ਔਰ ਸਾਇੰਸ ਦਾ ਵੀ ਇਸੇ ਤਰੀਕੇ ਨਾਲ ਕਰ ਦਾਂਗੀ। ਲੇਕਿਨ ਉਹਦੇ ਲਈ ਜ਼ਰੂਰੀ ਹੈ ਤੁਹਾਡੀ ਸਪੋਰਟ। ਸੋ ਡੋਂਟ ਫॉरगेट ਟੂ ਸਬਸਕ੍ਰਾइब द ਚੈਨਲ। ਮੈਂ ਵੈਸੇ ਬਹੁਤ ਘੱਟ ਬੋਲਦੀ ਹਾਂ ਸਬਸਕ੍ਰਾइब ਕਰੋ, ਇਹ ਕਰੋ, वो करो, बट ठीक है, इफ़ यू लाइक देन यू डू, इफ़ यू डोंट लाइक देन यू डोंट डू। ठीक है, ओके। सो थैंक यू सो मच एवरीवन, आई होप दैट यू लाइक इट, ਤੁਹਾਨੂੰ ਸਮਝ ਲੱਗਿਆ ਹੋਏਗਾ। एंड थैंक यू सो मच एंड ऑल द बेस्ट फॉर योर प्रिपरेशन। थैंक यू सो मच बच्चा बाटी।